परम सत्कार गुरु रूप गुरु प्यारी साध संगत जी, आओ लड़ीवार शब्द विचार दे नाल जुड़ना करिए। सलोक महला दूजा। आपे जाने करे आप, आपे आने रास। तिसै अग्गै नानका खल एक कीचै अरदास। प्रभु आप ही जीवां दे दिलां दी जाणदा है, क्योंकि ਉਹ ਆਪ ਹੀ ਇਹਨਾਂ ਨੂੰ ਪੈਦਾ ਕਰਦਾ, ਆਪ ਹੀ ਜੀਵਾਂ ਦੇ ਕਾਰਜ ਸਿਰੇ ਚਾੜ੍ਹਦਾ ਹੈ। ਇਸ ਲਈ ਇਹ ਨਾਨਕ ਉਸ ਪ੍ਰਭੂ ਅੱਗੇ ਹੀ ਅਦਬ ਸ਼ਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ, अरदास बेनती करनी चाहिए है। खड़े होके फिर अगे फरमान है, महला पहला। जिन किया तिन देखिया, आपे जाने सोए। किसनों कहिए नानका, जा घर वरतै सब कोय। जिस परमात्मा ने जगत पैदा किया है, उसने ही इस दी संभाल की हुई है। वो आप ही हरेक दे दिल दी जानदा है। हे नानक, जदों हरेक जीव उस परमात्मा दे घर तो हरेक लोड़ पूरी करता है, जो हरेक दे हिरदे घर विच मौजूद है, वो अकाल पुरख परमेश्वर, तां उस तो बिना किसी होर अगे अरजोई करनी, अरदास करनी, मिन्नत करनी व्यर्थ है। होर किसी तो मंगना व्यर्थ है। कहने का भाव उन्होंने अकाल पुरख परमेश्वर नूं छड्ड के होर किसी तो भी कुछ मंगना ते ना ही कोई देन दे समर्थ है। सब कुछ देन वाला, करन कराउण वाला वो अकाल पुरख परमेश्वर ही है। उहदे मुताबिक यह सृष्टि चलती है, उहदे हुक्म दे विच चलती है। तो सतगुरु पातशाह कहंदे भी उहनूं छड्ड के ते फिर किसी तो होर मंगना ये तो व्यर्थ है। होर मूहरे अरदास हथ बन्नने, मेरा कारज रास कर दे, जिवें थां थां ते भटकदे फिरदे कई ठोकरां खांदे फिरदे सियाणियां कोले फलानियां कोले इधर उधर भटकदे, उन्हां नूं समझाउणा करदे। कहंदे होर किसी मूहरे हथ बन्नण की जरूरत नहीं, हरेक की लोड़ वो पूरी करता है अकाल पुरख परमेश्वर। जे तेरी वो लोड़ पूरी नहीं ना करता तो फिर कोई होर सियाणा ब्याणा भी नहीं करता, चाहे जिन्ने मर्जी तुरिया करना। फिर अगे फरमान है, पौड़ी सबे थोक विसार, इको मित कर। होर सब चीज़ां दा मोह विसार के थोक दे विच सारियां होर चीज़ां, थोक वही हुंदा ना भी जित्थों सारा समान मिल जाए, थोक दा। ते कहंदे होर सारियां एक परमात्मा दे नाम नूं छड्ड के होर सारा थोक दा समान, कहंदे थोक दा सब मोह विसार के एक परमात्मा नूं ही अपना मित्र बना भाई। मन तन होए निहाल,
ਪਾਪਾ ਦਹਿ ਹਰ। ਕਹਿੰਦੇ ਤੇਰਾ ਮਨ ਫਿਰ ਖਿੜ ਜਾਵੇਗਾ ਜੇ ਤੂੰ ਉਹਨੂੰ ਮਿੱਤਰ ਬਣਾ ਲੇਂਗਾ ਨਾ, ਪਰਮੇਸ਼ਰ ਨੂੰ। ਤੇਰਾ ਮਨ ਖਿੜ ਜੂਗਾ, ਤੇਰਾ ਸਰੀਰ ਹੌਲਾ ਫੁੱਲ ਵਰਗਾ ਹੋ ਜਾਊਗਾ, ਨਿਹਾਲ ਹੋ ਜਾਏਗਾ ਤੂੰ। ਕਿਉਂਕਿ ਪਰਮਾਤਮਾ ਸਾਰੇ ਪਾਪ ਸਾੜ ਦਿੰਦਾ ਹੈ। ਜਦੋਂ ਸਾਰੇ ਪਾਪ ਸੜ ਗਏ ਤੈਨ ਹਲਕਾ ਹੋ ਜਾਏਗਾ, ਹੌਲਾ ਫੁੱਲ ਵਰਗਾ। ਪੰਡ ਲੈ ਜੂਗੀ ਪਾਪਾਂ ਦੀ ਤੇਰੇ ਸਿਰ ਦੇ ਉੱਤੋਂ। ਆਵਣ ਜਾਣ ਚੁਕੈ ਜਨਮ ਨਾ ਜਾਹੇ ਮਰ। ਜਗਤ ਦੇ ਵਿੱਚ ਤੇਰਾ ਜੰਮਣ ਮਰਨਾ ਮੁੱਕ ਜਾਏਗਾ ਜੇ ਤੂੰ ਉਹਨੂੰ ਮਿੱਤਰ ਬਣਾ ਲਵੇਂ ਪਰਮੇਸ਼ਰ ਨੂੰ। ਤੇਰਾ ਆਉਣ ਜਾਣ ਵਾਲਾ ਚੱਕਰ ਹੀ ਖਤਮ ਕਰ ਦੂਗਾ। ਤੂੰ ਮੁੜ ਮੁੜ ਨਹੀਂ ਜੰਮੇ ਮਰੇਗਾ। ਫਿਰ ਫਰਮਾਨ ਹੈ, ਸਚ ਨਾਮ ਆਧਾਰ ਸੋਗ ਨਾ ਮੋਹੇ ਜਰ। ਜਰ ਮਤਲਬ ਸੜਨਾ, ਸੜਨ ਨੂੰ ਕੀ ਹੈ, ਜਲ ਜਾਣਾ। ਜਿਵੇਂ ਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਆਧਾਰ ਬਣਾ ਉਸ ਪਰਮੇਸ਼ਰ ਦੇ ਨਾਮ ਨੂੰ। ਤੂੰ ਚਿੰਤਾ ਵਿੱਚ ਤੇ ਮੋਹ ਵਿੱਚ ਫਿਰ ਸੜੇਗਾ ਨਹੀਂ। ਜੇ ਅਗਰ ਪ੍ਰਭੂ ਦੇ ਨਾਮ ਨੂੰ ਤੂੰ ਆਪਦਾ ਆਧਾਰ ਬਣਾ ਲਵੇਂ ਨਾ, ਆਸਰਾ ਬਣਾ ਲੈ, ਓਟ ਆਸਰਾ, ਫਿਰ ਕਹਿੰਦੇ ਤੂੰ ਚਿੰਤਾ ਮੋਹ ਆਦਿਕ ਦੇ ਵਿੱਚ ਤੂੰ ਇਸ ਅੱਗ ਦੇ ਵਿੱਚ ਨਹੀਂ ਸੜੇਗਾ। ਤੈਨੂੰ ਕੋਈ ਚਿੰਤਾ ਨਹੀਂ ਸਤਾਊਗੀ, ਤੈਨੂੰ ਕੋਈ ਮੋਹ ਨਹੀਂ ਸਤਾਊਗਾ। ਫਿਰ ਨਾਨਕ ਨਾਮ ਨਿਧਾਨ ਮਨ ਮੈਂ ਸਾਂਝ ਧਰ। ਕਹਿੰਦੇ ਪ੍ਰਭੂ ਦੇ ਨਾਮ ਨੂੰ ਜਦੋਂ ਆਸਰਾ ਬਣਾਇਆ ਤਾਂ ਫਿਰ ਕੀ ਹੋਣਾ। ਕਹਿੰਦੇ ਇਹ ਨਾਨਕ ਪਰਮਾਤਮਾ ਦਾ ਨਾਮ ਖਜ਼ਾਨਾ ਆਪਣੇ ਮਨ ਵਿੱਚ ਇਕੱਠਾ ਕਰਕੇ ਰੱਖ, ਉਹਦੇ ਨਾਲ ਫਿਰ ਤੇਰਾ ਪਾਰ ਉਤਾਰਾ ਹੋ ਜਾਣਾ। ਨਾਮ ਦੇ ਖਜ਼ਾਨੇ ਨੂੰ ਸਾਂਝ, ਸਾਂਝ ਦਾ ਮਤਲਬ ਇਕੱਠਾ ਕਰ, ਸਾਂਝ ਧਰ, ਇਕੱਠਾ ਕਰ ਮਨ ਦੇ ਵਿੱਚ। ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ, ਸ਼ਲੋਕ ਮਹੱਲਾ ਪੰਜਵਾ। ਮਾਇਆ ਮਨੋ ਨ ਵਿਸਰੈ ਮੰਗੈ ਦਮ ਦਮ। ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ। ਤਾਂ ਫਰਮਾਨ ਕਰਦੇ ਹਨ, ਹੇ ਨਾਨਕ, ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਮਨ ਤੋਂ ਵਿਸਰਦੀ ਨਹੀਂ ਮਾਇਆ, ਜਿਹੜੇ ਮਨੁੱਖ ਨੂੰ ਜੋ ਨਾਮ ਦੀ ਦਾਤ ਮੰਗਣ ਦੇ ਥਾਂ 'ਤੇ ਦਮਾ ਦਮ, ਦਮ ਕਹਿੰਦੇ ਹਨ ਸਾਹ ਨੂੰ, ਸਵਾਸ ਨੂੰ, ਵੀ ਆਪਾਂ ਕਹਿੰਦੇ ਦਮ ਲੈ ਲਾ, ਮਤਲਬ ਸਾਹ ਲੈ ਲਾ। ਕਹਿੰਦੇ ਤੂੰ ਤਾਂ ਮਾਇਆ ਤੇਰੇ ਮਨ ਤੋਂ ਵਿਸਰ ਨਹੀਂ ਰਹੀ, ਭੁੱਲਦੀ ਨਹੀਂ, ਤੂੰ ਤਾਂ ਦਮਾ ਦਮ ਮੰਗਦਾ ਇਹਨੂੰ। ਹਰੇਕ ਸਾਹ ਸਾਹ ਦੇ ਨਾਲ ਮਾਇਆ ਹੀ ਮੰਗਦਾ ਕਹਿੰਦੇ। ਅਤੇ ਕਿੱਥੇ ਸਵਾਸ ਸਵਾਸ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਸੀ, ਉਲਟ ਹੋ ਗਿਆ ਨਾ ਸਾਰਾ। ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਰੱਖਣਾ ਸੀ, ਸਾਸ ਗਰਾਸ। ਅਤੇ ਉਹ ਤੂੰ ਹੁਣ ਉਹਦੇ ਥਾਂ 'ਤੇ ਉਹ ਪਾਸਾ ਛੱਡ ਕੇ ਤੇ ਦੂਜੇ ਪਾਸੇ ਬਸ ਮਾਇਆ ਹੀ ਮਾਇਆ, ਮਾਇਆ ਹੀ ਮਾਇਆ। ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ,
ਸੋ ਪ੍ਰਭ ਚਿਤ ਨ ਆਵੇ, ਨਾਨਕ ਨਹੀਂ ਕਰਮ। ਕਹਿੰਦੇ ਇਹ ਜਾਣੋ, ਜਿਹਨੂੰ ਕਦੇ ਪ੍ਰਮਾਤਮਾ ਚੇਤੇ ਨਹੀਂ ਆਉਂਦਾ, ਜਿਹੜੇ ਉਹਨੂੰ ਯਾਦ ਹੀ ਨਹੀਂ ਕਰਦੇ, ਕਹਿੰਦੇ ਫਿਰ ਇਹ ਜਾਣੋ ਕਿ ਉਸ ਦੇ ਭਾਗ ਚੰਗੇ ਨਹੀਂ ਹੈ, ਉਹਦੇ ਮਾੜੇ ਭਾਗ ਹੈ। ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਜੇ ਅਗਰ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਜਿਹੜਾ ਕੋਈ। ਨਾਨਕ ਨਹੀਂ ਕਰਮ, ਕਰਮ ਕਹਿੰਦੇ ਹਨ ਚੰਗੇ ਭਾਗ, ਨਹੀਂ ਕਰਮ ਮਤਲਬ ਚੰਗੇ ਭਾਗ ਨਹੀਂ ਹੈ ਉਹਦੇ। ਫਿਰ ਇਹ ਖਤਰੇ ਦੀ ਘੰਟੀ ਸਮਝ ਲਓ ਉਹਦੇ ਵਾਸਤੇ, ਇਹ ਬਰਬਾਦੀ ਦੀ ਨਿਸ਼ਾਨੀ ਹੈ। ਮਹੱਲਾ ਪੰਜਵਾ। ਮਾਇਆ ਸਾਥ ਨ ਚੱਲਈ, ਕਿਆ ਲਪਟਾਵਹਿ ਅੰਧ। ਗੁਰ ਕੇ ਚਰਨ ਧਿਆਏ ਤੂੰ, ਟੂਟੇ ਮਾਇਆ ਬੰਧ। ਫਰਮਾਨ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਅੰਨੇ ਮਨੁੱਖ, ਅੰਨਿਆ ਤੂੰ ਕਹਿੰਦੇ ਮੁੜ ਮੁੜ ਮਾਇਆ ਨੂੰ ਕਿਉਂ ਚੰਬੜਦਾ, ਇਹਦੇ ਨਾਲ ਹੀ ਲਪਟਾਉਣਾ। ਕਿਆ ਲਪਟਾਵੇ ਅੰਧ, ਕਹਿੰਦੇ ਅੰਨਿਆ ਤੂੰ ਇਹਨੂੰ ਲਪਟਿਆ ਪਿਆ, ਚੰਬੜਿਆ ਪਿਆ, ਇਹਨੂੰ ਚੰਬੜਦਾ। ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ, ਮਾਇਆ ਸਾਥ ਨਾਲ ਚੱਲਦੀ। ਕਹਿੰਦੇ ਇਹ ਤਾਂ ਕਦੇ ਕਿਸੇ ਦੇ ਸਾਥ ਨਾਲ ਨਹੀਂ ਜਾਂਦੀ, ਤੇ ਫਿਰ ਤੂੰ ਇਹਦੇ ਨਾਲ ਚੰਬੜਿਆ ਹੋਇਆ। ਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ, ਗੁਰ ਕੇ ਚਰਨ ਧਿਆਏ ਤੂੰ। ਕਹਿੰਦੇ ਉਹਨਾਂ ਦਾ ਧਿਆਨ ਧਰ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ, ਉਹਦੇ ਚਰਨਾਂ ਨਾਲ ਜੁੜ। ਭਾਵ ਹਉਮੈ ਛੱਡ ਕੇ ਗੁਰੂ ਦਾ ਆਸਰਾ ਲੈ। ਕਹਿੰਦਾ ਭਾਵ ਟੁੱਟੇ ਮਾਇਆ ਬੰਧ। ਜੇ ਫਿਰ ਇਹ ਕੰਮ ਕਰ ਲੇਗਾ ਤਾਂ ਜੋ ਤੇਰੀਆਂ ਕਹਿੰਦੇ ਇਹ ਮੁਸ਼ਕਾਂ ਜੋ ਮਾਇਆ ਨੇ ਕਸੀਆਂ ਹੋਈਆਂ, ਮੁਸ਼ਕਾਂ ਰੱਸੀਆਂ ਬੰਨੀਆਂ ਹੋਈਆਂ, ਤੂੰ ਜਕੜਿਆ ਹੋਇਆ ਜਿਨ੍ਹਾਂ ਨਾਲ, ਇਹ ਕਹਿੰਦੇ ਫਿਰ ਇਹ ਟੁੱਟ ਜਾਣਗੀਆਂ ਜੇਕਰ ਸਤਿਗੁਰੂ ਦਾ ਓਟ ਆਸਰਾ ਲੈ ਲੈਣਾ। ਇਹ ਮੇਰੇ ਬੰਧਨ ਹੈ ਜਿਹੜੇ ਇਹ ਟੁੱਟ ਜਾਣਗੇ। ਫਿਰ ਅੱਗੇ ਫਰਮਾਨ ਹੈ ਪੌੜੀ। ਭਾਣੈ ਹੁਕਮ ਮਨਾਇਓਨ, ਭਾਣੈ ਸੁਖ ਪਾਇਆ। ਭਾਣੈ ਸਤਿਗੁਰ ਮਿਲਿਓਨ, ਭਾਣੈ ਸੱਚ ਧਿਆਇਆ। ਉਸ ਪਰਮਾਤਮਾ ਨੇ ਜਿਸ ਮਨੁੱਖ ਤੋਂ ਆਪਣੀ ਰਜਾ ਵਿੱਚ ਆਪਣਾ ਹੁਕਮ ਮਨਾਇਆ ਹੈ, ਉਸ ਮਨੁੱਖ ਨੇ ਰਜਾ ਵਿੱਚ ਰਹਿ ਕੇ ਸੁਖ ਲੱਭਾ ਹੈ। ਭਾਣੇ ਦੇ ਵਿੱਚ ਰਹਿ ਕੇ ਉਹਨੇ ਸੁਖ ਪਾਇਆ ਹੈ। ਭਾਣਾ, ਭਾਣਾ ਮਤਲਬ ਹੁਕਮ, ਹੁਕਮ ਦੇ ਵਿੱਚ ਰਹਿਣਾ। ਉਸ ਪ੍ਰਭੂ ਨੇ ਆਪਣੀ ਰਜਾ ਵਿੱਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ, ਭਾਣੇ ਸਤਿਗੁਰ ਮਿਲਿਓਨ, ਮਿਲਾਇਆ ਜਿਹਨੂੰ ਗੁਰੂ, ਸਤਿਗੁਰੂ ਦੀ ਲੜ ਲਾਇਆ ਜੀ, ਸੱਚ ਤੇ ਆਇਆ। ਉਹ ਮਨੁੱਖ ਰਜਾ ਵਿੱਚ ਰਹਿ ਕੇ ਨਾਮ ਸਿਮਰਦਾ ਹੈ, ਸੱਚ ਨੂੰ ਧਿਆਉਂਦਾ, ਨਾਮ ਸਿਮਰਦਾ। ਭਾਣੇ ਜੀਵੜ ਹੋਰ ਦਾਤ ਨਾਹੀਂ, ਸੱਚ ਆਖ ਸੁਣਾਇਆ। ਜਿਸ ਮਨੁੱਖ ਨੂੰ ਪ੍ਰਭੂ ਦੀ ਰਜਾ ਵਿੱਚ ਰਹਿਣਾ ਸਭ ਤੋਂ ਵੱਡੀ ਰੱਬੀ ਬਖਸ਼ਿਸ਼
ਪ੍ਰਤੀਤ ਹੁੰਦੀ ਹੈ ਉਹ ਆਪ ਨਾਮ ਸਿਮਰਦਾ, ਉਹ ਸੱਚ ਆਖ, ਮਤਲਬ ਸੱਚ ਆਖ ਦਾ ਮਤਲਬ ਆਪ ਨਾਮ ਸਿਮਰਦਾ, ਸੁਣਾਇਆ, ਤੇ ਹੋਰਨਾਂ ਨੂੰ ਵੀ ਉਹ ਸੁਣਾਉਂਦਾ। ਫਿਰ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਪਰ ਨਾਮ ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਮੁੱਢ ਤੋਂ ਲੇਖ ਲਿਖਿਆ ਹੁੰਦਾ, ਉਹੀ ਇੱਥੇ ਆ ਕੇ ਸੰਗਤ ਦੇ ਵਿੱਚ ਬਹਿੰਦੇ ਆ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਨਹੀਂ ਆਇਆ ਜਾਂਦਾ। ਇਹ ਤਾਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜੇ ਕੋਈ ਸੰਗਤ ਕਰਦਾ, ਮੰਨ ਲਓ ਗੁਰੂ ਆਪ ਦੀ ਗੋਦ ਦੇ ਵਿੱਚ ਬਹਾਉਂਦਾ ਨਾ, ਸਮਾਂ ਮਿਲਦਾ ਹੈ, ਇਹ ਇੱਕ ਨਿਸ਼ਾਨੀ ਹੈ ਵੱਡੇ ਭਾਗਾਂ ਦੀ। ਇਉਂ ਕਹਿ ਸਕਦੇ ਹਾਂ ਵੀ ਇਹ ਨਿਗਾਹ ਦੇ ਵਿੱਚ ਹੈ ਸਤਿਗੁਰੂ ਪਾਤਸ਼ਾਹ ਦੇ, ਉਹਦੀ ਗਿਣਤੀ ਦੇ ਵਿੱਚ ਹੈ, ਉਹਦੇ ਰਜਿਸਟਰ 'ਚ ਦਰਜ ਹੈ, ਤਾਂ ਹੀ ਲੈ ਕੇ ਆਇਆ ਖਿੱਚ ਕੇ। ਉਹਦੀ ਹਾਜ਼ਰੀ ਐਬਸੈਂਟ, ਉਹਦੀ ਜਿੱਥੇ ਹਾਜ਼ਰੀਆਂ ਲੱਗਦੀਆਂ ਉਹਦੀ ਹਾਜ਼ਰੀ ਲਾਉਂਦਾ ਉਹ, ਸਮਝ ਲਓ ਨਿਗਰਾਨੀ ਦੇ ਵਿੱਚ ਹੈ। ਜਿਹੜਾ ਕੋਈ ਆਇਆ ਸਮਝ ਲਵਾ ਕੇ ਬੈਠਣ ਦੀ ਕੋਸ਼ਿਸ਼ ਕਰਦਾ ਹੈ, ਬਾਣੀ ਸੁਣਦਾ ਹੈ ਜਾਂ ਪੜ੍ਹਦਾ ਹੈ, ਤਾਂ ਸਮਝ ਲਓ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਅਤੇ ਇਹ ਮਿਹਰ ਦਾ ਸਦਕਾ ਹੈ। ਉਸ ਪਰਮੇਸ਼ਰ ਦੀ ਮਿਹਰ ਵੀ ਮੰਨਦੇ ਹਾਂ ਆਪਾਂ, ਅਤੇ ਸਤਿਗੁਰੂ ਪਾਤਸ਼ਾਹ ਦੀ ਵੀ ਇਹ ਕਿਰਪਾ ਹੈ। ਨਹੀਂ ਤਾਂ ਹੋਰ ਬਥੇਰੇ ਦੁਨੀਆ ਵਸਦੀ ਹੈ, ਹੋਰ ਨਹੀਂ ਆ ਜਾਂਦਾ ਸੰਗਤ ਦੇ ਵਿੱਚ। ਕਹਿਣ ਨੂੰ ਬਸ ਹਰੇਕ ਹੀ ਕਹਿੰਦਾ ਵੀ ਜੀ ਕਰਦਾ, ਪਰ ਆਇਆ ਨਹੀਂ ਜਾਂਦਾ। ਕਹਿੰਦੇ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ। ਇਹ ਪੂਰਬਲੇ ਚੰਗੇ ਭਾਗ ਹੁੰਦੇ ਜਿਹੜੇ, ਉਹੀ ਆ ਕੇ ਜੁੜਦੇ ਹੈ। ਭਾਵ ਜਿਨ੍ਹਾਂ ਦੇ ਅੰਦਰ ਪੂਰਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹੁੰਦੇ ਆ, ਉਹੀ ਸਿਮਰਦੇ ਹਨ। ਨਾਨਕ ਤਿਸ ਸਰਨਾਗਤੀ ਜਿਨ ਜਗਤੋ ਪਾਇਆ। ਸੋ ਕਹਿੰਦੇ ਇਹ ਨਾਨਕ, ਜਿਸ ਮਨੁੱਖ ਦੀ ਸ਼ਰਨ ਵਿੱਚ, ਕਹਿੰਦੇ ਉਸ ਮਨੁੱਖ ਦੀ ਸ਼ਰਨ, ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਰਹੋ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ। ਉਹਦੀ ਸ਼ਰਨ 'ਚ ਰਹੋ, ਉਹਦੇ ਭੈ 'ਚ ਰਹੋ, ਉਹਦੇ ਅਦਬ ਦੇ ਵਿੱਚ ਰਹੋ, ਉਸ ਅਕਾਲ ਪੁਰਖ ਪਰਮੇਸ਼ਰ ਦੇ, ਜਿਹਨੇ ਸਾਰਾ ਸੰਸਾਰ ਪੈਦਾ ਕੀਤਾ। ਫਿਰ ਫਰਮਾਨ ਹੈ ਸ਼ਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ। ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਰੱਤਾ ਭਰ ਵੀ ਡਰ ਨਹੀਂ ਹੈ, ਉਸ ਰੱਬ ਦਾ ਰੱਤਾ ਭਰ ਵੀ ਡਰ ਨਹੀਂ ਹੈ ਜਿਨ੍ਹਾਂ ਦੇ ਅੰਦਰ, ਅਤੇ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣ ਪਛਾਣ ਪ੍ਰਾਪਤ ਨਹੀਂ ਹੋਈ, ਜਿਹੜੇ ਉਹਦੇ ਨਾਲ ਸਾਂਝ ਨਹੀਂ ਪਾਉਂਦੇ। ਸਾਂਝ ਪਾਉਣ ਦਾ ਮਤਲਬ ਉਹਨੂੰ ਯਾਦ ਕਰਨਾ, ਉਹਦੇ ਨਾਲ ਜੁੜਨਾ। ਆਪਾਂ ਸੰਸਾਰ ਦੇ ਵਿੱਚ ਸਾਂਝ ਜਿਹਦੇ ਨਾਲ ਆਉਣ ਜਾਣ ਹੁੰਦਾ ਹੈ, ਗੱਲਬਾਤ ਕਰਦੇ ਹਾਂ, ਉਹਦੇ ਨਾਲ ਹੀ ਜਾਣ ਪਛਾਣ ਪੈਂਦੀ ਹੈ ਨਾ। ਜਿਹਦਾ ਕਦੀ ਮਿਲਿਆ ਹੀ ਨਹੀਂ ਗਾ, ਯਾਦ ਹੀ ਨਹੀਂ ਕੀਤਾ, ਟੱਕਰਿਆ ਹੀ ਨਹੀਂ, ਅਤੇ ਉਹਦੇ ਨਾਲ ਫਿਰ ਕਾਹਦੀ ਜਾਣ ਪਛਾਣ ਹੁੰਦੀ ਹੈ। ਜਾਣ ਪਛਾਣ ਤਾਂ ਜਦੋਂ ਮਿਲ ਵਰਤਨ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਦੁੱਖ ਦੇ ਸੁੱਖ ਦੇ ਵਿੱਚ ਆਉਂਦੇ ਜਾਂਦੇ ਤਾਂ ਫਿਰ ਹੀ ਜਾਣ ਪਛਾਣ ਬਣਦੀ ਹੈ ਨਾ। ਉਸੇ ਤਰ੍ਹਾਂ ਪਰਮਾਤਮਾ ਦੇ ਨਾਲ ਜਿਹੜਾ ਕੋਈ ਉਹਨੂੰ ਯਾਦ ਕਰਦਾ, ਉਹਨਾਂ ਗੱਲਾਂ ਬਾਤਾਂ ਕਰਦਾ ਗੁਰਬਾਣੀ ਦੀ ਰਾਹੀਂ, ਤਾਂ ਸਮਝ ਲਓ ਮਿਲ ਵਰਤਨ, ਇਸੇ ਨੂੰ ਮਿਲ ਵਰਤਨ ਕਹਿੰਦੇ ਆ, ਜਾਣ ਪਛਾਣ ਇਸੇ ਨੂੰ ਕਹਿੰਦੇ ਆ। ਫਿਰ ਹੀ ਉਹ ਹੀ ਮੰਨ ਲਓ ਜਾਣ ਪਛਾਣ ਬਣਾਉਂਦਾ, ਜਿਹੜਾ ਸਤਿਗੁਰੂ ਦੀ ਬਾਣੀ ਦੇ ਰਾਹੀਂ ਜੁੜਦਾ ਉਹਦੇ ਨਾਲ।
ਉਹਦੀ ਫਿਰ ਜਾਣ ਪਛਾਣ ਪ੍ਰਾਪਤ ਹੁੰਦੀ ਹੈ। ਅਤੇ ਪਰ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਜਾਣ ਪਛਾਣ ਬਣਾਈ ਹੀ ਨਹੀਂ, ਤਾਂ ਸੰਸਾਰਕ ਗੱਲ ਕਰੀਏ ਤਾਂ ਆਪਾਂ ਕਹਿ ਨਹੀਂ ਦਿੰਦੇ, ਮੀਂਹ ਤਾਂ ਕਦੇ ਕਿਸੇ ਦੇ ਗਿਆ ਹੀ ਨਹੀਂ, ਅਤੇ ਫਿਰ ਹੁਣ ਇਹਦੇ ਕੌਣ ਆਵੇ। ਕਦੇ ਕਿਸੇ ਦੇ ਆਪ ਆਇਆ ਗਿਆ ਹੋਵੇ, ਕਦੇ ਕਿਸੇ ਨਾਲ ਮਿਲਿਆ ਵਰਤਨ ਕੀਤਾ ਹੋਵੇ ਤਾਂ ਹੀ ਹੈ, ਆਪਾਂ ਕਹਿ ਨਹੀਂ ਦਿੰਦੇ। ਤਾਂ ਸਤਿਗੁਰੂ ਪਾਤਸ਼ਾਹ ਇੱਥੇ ਹੀ ਕਹਿ ਰਹੇ, ਕਹਿੰਦੇ ਫਿਰ ਉਹਨਾਂ ਨੇ ਪ੍ਰਾਪਤੀ ਨਹੀਂ ਕੀਤੀ ਅਤੇ ਫਿਰ ਉਹਨਾਂ ਦਾ ਕੀ ਹਸ਼ਰ ਹੋਣਾ। ਕਹਿੰਦੇ ਫਿਰ ਇਹ ਨਾਨਕ, ਕਹਿੰਦੇ ਉਹ ਆਤਮ ਕਮੌਤੇ, ਉਹ ਤਾਂ ਮਰੇ ਹੋਏ ਆ ਨਾ, ਉਹ ਤਾਂ ਮਰੇ ਹੋਏ ਹੈ। ਮਤਲਬ ਜਦੋਂ ਕਿਸੇ ਦੇ ਆਪਾਂ ਦੁੱਖ ਦੇ ਸੁੱਖ ਦੇ ਕੰਮ ਹੀ ਨਹੀਂ ਆਉਣਾ, ਜਾਣਾ ਆਉਣਾ ਹੀ ਨਹੀਂਗਾ ਕਿਸੇ ਦੇ, ਤਾਂ ਫਿਰ ਤਾਂ ਉਹ ਤਾਂ ਇੱਕ ਸੰਸਾਰ 'ਤੇ ਆਏ ਚਾਹੇ ਨਾ ਆਏ। ਇਹੀ ਹੁੰਦਾ ਹੈ ਵੀ ਦੁੱਖ ਦੇ ਸੁੱਖ ਦੇ ਕਿਸੇ ਦੇ ਆਪਾਂ ਜਾਈਏ ਆਈਏ ਤਾਂ ਫਿਰ ਹੀ ਚੰਗਾ ਲੱਗਦਾ ਬੰਦਾ, ਅਤੇ ਜੇ ਜਾਣਾ ਆਉਣਾ ਹੀ ਨਹੀਂ ਤਾਂ ਫਿਰ ਕਾਹਦਾ, ਫਿਰ ਤਾਂ ਕਹਿੰਦੇ ਮਰਿਆ, ਉਹ ਤਾਂ ਆਇਆ ਸੰਸਾਰ 'ਤੇ ਜਾਂ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਜਿਉਂਦੇ ਨਹੀਂ, ਉਹ ਤਾਂ ਮਰੇ ਹੋਏ ਹੈ। ਕਹਿੰਦੇ ਨਾਨਕ ਮੂੰਹਾਂ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ। ਕਹਿੰਦੇ ਉਹ ਤਾਂ ਮਰੇ, ਉਹਨਾਂ ਨੂੰ ਮੰਨੋ ਕਹਿੰਦੇ ਰੱਬ ਨੇ ਆਪ ਹੀ ਮਾਰ ਦਿੱਤਾ। ਕਹਿੰਦੇ ਰੱਬ ਨੇ ਉਹਨਾਂ ਨੂੰ ਆਪ ਹੀ ਮਾਰ ਦਿੱਤਾ। ਇਹਨਾਂ ਮੋਇਆਂ ਨੂੰ ਕਹਿੰਦੇ ਇਦੋਂ ਵਧੇਕ ਇਸ ਤੋਂ ਵੱਧ ਕਹਿੰਦੇ ਕਿਸੇ ਹੋਰ ਨੇ ਕੀ ਮਾਰਨਾ ਹੈ, ਹੋਰ ਨੇ ਕਿਸੇ ਨੇ ਕੀ ਮਾਰਨਾ। ਕਹਿੰਦੇ ਉਹ ਤਾਂ ਆਪ ਹੀ ਮਰੇ ਹੋਏ ਹੈ। ਫਿਰ ਅੱਗੇ ਫਰਮਾਨਾ ਮਹੱਲਾ ਤੀਜਾ, ਮਨ ਕੀ ਪੱਤਰੀ ਵਾਚਨੀ ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਭਲਾ ਆਖੀਐ ਜੇ ਬੁਝੈ ਬ੍ਰਹਮ ਵਿਚਾਰ। ਪੱਤਰੀ ਕਹਿੰਦੇ ਹੁਣ, ਪੱਤਰੀ ਜੰਤਰੀ ਨਹੀਂ। ਕਹਿੰਦੇ ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤਰੀ ਪੜ੍ਹਨ ਦੇ ਥਾਂ 'ਤੇ, ਜੰਤਰੀਆਂ ਪੜ੍ਹਨ ਦੇ ਥਾਂ 'ਤੇ, ਜੰਤਰੀਆਂ ਟੇਵੇ ਲਾਉਣ ਦੀ ਥਾਂ 'ਤੇ ਕਹਿੰਦੇ ਆਪਣੇ ਮਨ ਦੀ ਪੱਤਰੀ ਪੜ੍ਹਨੀ ਚਾਹੀਦੀ ਹੈ। ਹੁਣ ਕਈ ਵਾਰੀ ਆ ਜਾਂਦੇ ਵੀ ਜੰਤਰੀ ਵਿਖਾਉਣੀ ਹੈ, ਕਿਸੇ ਦੀ ਜੰਤਰੀ ਕੋਈ ਕੀ ਵੇਖੂਗਾ, ਪਹਿਲਾਂ ਆਪਦੀ ਪੱਤਰੀ ਪੜ੍ਹ, ਆਪਦੇ ਅੰਦਰ ਝਾਤੀ ਮਾਰ, ਵੀ ਤੂੰ ਦੂਜਿਆਂ ਨੂੰ ਕੀ ਦੱਸੇਗਾ ਵੀ ਤੇਰੇ 'ਤੇ ਕਸ਼ਟ ਆਉਣ ਵਾਲਾ ਹੈ ਜਾਂ ਤੇਰਾ ਐਂ ਕਰਕੇ ਕੱਟਿਆ ਜਾਊਗਾ। ਉਹ ਤੂੰ ਤਾਂ ਆਪ ਘਿਰਿਆ ਹੋਇਆ, ਦੂਜਿਆਂ ਦੀਆਂ ਕਾਹਦੀਆਂ ਪੱਤਰੀਆਂ ਤੂੰ ਵੇਖਦਾ। ਕਹਿੰਦੇ ਸਤਿਗੁਰੂ ਪਾਤਸ਼ਾਹ ਇਹੀ ਸਮਝਾ ਰਹੇ, ਕਹਿੰਦੇ ਇਹ ਬ੍ਰਾਹਮਣ, ਇਹ ਜੰਤਰੀਆਂ ਕਹਿੰਦੇ ਪੱਤਰੀਆਂ ਪੜ੍ਹਨ ਦੇ ਥਾਂ 'ਤੇ ਆਪਣੇ ਮਨ ਦੀ ਪੱਤਰੀ ਪੜ੍ਹਨੀ ਚਾਹੀਦੀ ਹੈ। ਕਹਿੰਦੇ ਉਹ ਪੜ੍ਹ, ਮਨ ਕੀ ਪੱਤਰੀ ਵਾਚਨੀ, ਕਹਿੰਦੇ ਉਹਨੂੰ ਵਾਚਨੀ ਦਾ ਮਤਲਬ ਪੜ੍ਹਨੀ। ਸੁਖੀਓ ਸੁਖਸਾਰ, ਕਿ ਇਸ ਦੀ ਕਿਹੜੇ ਵੇਲੇ ਕੀ ਹਾਲਤ ਹੈ, ਤੇਰੇ ਮਨ ਦੀ ਕਿਹੜੇ ਵੇਲੇ ਕੀ ਹਾਲਤ ਹੈ। ਕਹਿੰਦੇ ਇਹਨੂੰ ਤੂੰ, ਇਹ ਪੱਤਰੀ ਵਾਚਨ ਨਾਲ ਕਹਿੰਦੇ ਸਭ ਤੋਂ ਸ੍ਰੇਸ਼ਟ ਫਿਰ ਸੁੱਖ ਮਿਲਦਾ। ਜੇ ਕੋਈ ਆਪਦੇ ਮਨ ਦੀ ਪੱਤਰੀ ਵਾਚਦਾ ਹੈ ਨਾ, ਅਤੇ ਕਹਿੰਦੇ ਫਿਰ ਸਾਰਿਆਂ ਨੂੰ ਸ੍ਰੇਸ਼ਟ ਸੁੱਖ ਹੈ ਜਿਹੜਾ ਉਹ ਮਿਲਦਾ। ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਭਲਾ ਆਖੀਐ ਜੇ ਬੁਝੈ ਬ੍ਰਹਮ ਵਿਚਾਰ। ਕਹਿੰਦੇ ਸਤਿਗੁਰੂ ਪਾਤਸ਼ਾਹ ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ 'ਤੇ ਵੀ ਆਹ ਥਿੱਤ ਚੰਗੀ ਹੈ, ਆਹ ਥਿੱਤ ਮਾੜੀ ਹੈ, ਕਹਿੰਦੇ ਇਹ ਚੰਗੀ ਮਾੜੀ ਇਹ ਵਿਚਾਰਨ ਦੀ ਥਾਂ 'ਤੇ ਰੱਬੀ ਵਿਚਾਰ ਨੂੰ ਸਮਝਦਾ, ਜਿਹੜਾ ਸਿੱਧੇ ਰਸਤੇ 'ਤੇ ਪਾਉਂਦਾ। ਇਉਂ ਕਹਿੰਦਾ ਵੀ ਭਾਈ ਕੁਛ ਨਹੀਂ ਪਿਆ ਇਹਨਾਂ ਜੰਤਰੀਆਂ ਫੰਤਰੀਆਂ ਦੇ ਵਿੱਚ, ਸਾਰੇ ਦਿਨ ਚੰਗੇ ਹੈ, ਰੱਬ ਦਾ ਸਿਮਰਨ ਕਰਿਆ ਕਰੋ, ਭਜਨ ਬੰਦਗੀ ਕਰਿਆ ਕਰੋ। ਜਿਹੜਾ ਇਸ ਤਰ੍ਹਾਂ ਕਹਿੰਦੇ ਕੋਈ ਵਿਚਾਰ ਨੂੰ ਸਮਝਾਉਂਦਾ ਹੈ ਜਾਂ ਸਮਝਦਾ ਹੈ, ਕਹਿੰਦੇ ਉਸ ਬ੍ਰਾਹਮਣ ਨੂੰ ਚੰਗਾ ਜਾਣੋ, ਜਿਹੜਾ ਰੱਬ ਨਾਲ ਜੋੜਦਾ ਹੈ, ਆਪਦੀ ਜੰਤਰੀ ਨਾਲ ਨਹੀਂ ਜੋੜਦਾ। ਕਹਿੰਦੇ ਉਹਨੂੰ ਚੰਗਾ ਜਾਣੋ। ਅਤੇ
ਇਹ ਜੰਤਰੀਆਂ ਫੰਤਰੀਆਂ ਸਭ ਫੇਲ ਹੈ। ਕਰੋਨਾ ਦੇ ਵਿੱਚ ਨਹੀਂ ਵੇਖਿਆ, ਟੀਵੇ ਲਾਏ ਵੀ ਉਹਨਾਂ ਦੇ ਸਹੀ ਹੋਏ ਵੀ ਹਾਂ, ਜਿਹੜੇ ਉਹਨਾਂ ਨੇ ਵੇਖ ਵੇਖ ਕੇ ਵੀ ਮਹੂਰਤ ਕੱਢੇ ਸੀ, ਫਿਰ ਕਿਉਂ ਰੱਦ ਕੀਤੇ? ਪਤਾ ਨਹੀਂ ਸੀ ਵੀ ਕਰੋਨਾ ਆਉਣ ਵਾਲੀ ਹੈ, ਜੇ ਇੰਨਾ ਹੀ ਟੀਵੇ ਲਾ ਸਕਦਾ ਵੀ ਕਹਿੰਦੇ ਭਾਈ ਵੀ ਹਜੇ ਸਾਲ 2 ਸਾਲ ਕਸ਼ਟ ਆਊਗਾ ਅਤੇ 2 ਸਾਲ ਹਜੇ ਵਿਆਹ ਤੁਸੀਂ ਨਾ ਕਰੋ। ਜੇ ਤਰੀਕ ਵਾਰ ਬੰਨ੍ਹ ਲਈ ਚੰਗੀ ਵੇਖ ਕੇ, ਅਤੇ ਇਸ ਤਰੀਕ 'ਤੇ ਤੁਹਾਡਾ ਰੁਕਾਵਟ ਪਊਗੀ, ਹੋਣਾ ਨਹੀਂ। ਆਪਦਿਆਂ ਨੇ ਤਾਂ ਚੰਗੇ ਮਹੂਰਤ ਕੱਢ ਕੇ ਦਿੱਤੇ ਸੀ ਨਾ, ਫਿਰ ਕਿਉਂ ਰੱਦ ਕੀਤੇ? ਫਿਰ ਉਦੋਂ ਪੰਡਤ ਨੂੰ ਪੁੱਛੋ ਵੀ ਹੁਣ ਦੱਸ, ਹੁਣ ਤੇਰੇ ਟੀਵੇ ਕਿੱਧਰ ਗਏ? ਤਾਂ ਸਤਿਗੁਰੂ ਪਾਤਸ਼ਾਹ ਇੱਥੇ ਹੀ ਸਮਝਾ ਰਹੇ, ਭਾਈ ਇਹਨਾਂ ਗੱਲਾਂ ਦੇ ਵਿੱਚ ਨਾ ਪਿਆ ਕਰੋ, ਕੁਛ ਨਹੀਂ ਪਿਆ ਇਹਨਾਂ ਦੇ ਵਿੱਚ। ਫਿਰ ਫਰਮਾਨ ਹੈ, ਹਰ ਸਲਾਹੇ ਹਰ ਪੜ੍ਹੈ ਗੁਰ ਕੈ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ ਜੇ ਕੁਲ ਕਾ ਕਰੇ ਉਧਾਰ। ਕਹਿੰਦੇ ਜੋ ਬ੍ਰਾਹਮਣ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ, ਪ੍ਰਭੂ ਦਾ ਨਾਮ ਪੜ੍ਹਦਾ ਅਤੇ ਇਸ ਤਰ੍ਹਾਂ ਆਪਣੀ ਕੁਲ ਦਾ ਵੀ ਕਹਿੰਦੇ ਪਾਰ ਉਤਾਰਾ ਕਰਦਾ, ਅਤੇ ਉਸ ਦਾ ਕਹਿੰਦੇ ਜਗਤ ਵਿੱਚ ਆਉਣਾ ਵੀ ਸਫਲ ਹੈ। ਉਹ ਆਪਦੀ ਕੁਲਾਂ ਦਾ ਆਧਾਰ ਵੀ ਕਰ ਲੈਂਦਾ ਅਤੇ ਉਹਦਾ ਆਇਆ ਵੀ ਇੱਥੇ ਸੰਸਾਰ ਦੇ ਵਿੱਚ ਸਫਲਾ ਹੋ ਜਾਂਦਾ, ਜਿਹੜਾ ਇਹਨਾਂ ਭਰਮਾਂ ਦੇ ਵਿੱਚੋਂ ਕੱਢ ਕੇ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦਾ, ਜਿਹੜਾ ਇਹਨਾਂ ਵਹਿਮਾਂ ਭਰਮਾਂ 'ਚ ਨਹੀਂ ਪਾਉਂਦਾ, ਜਿਹੜਾ। ਫਿਰ ਅੱਗੇ ਫਰਮਾਨ ਹੈ, ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ, ਹੋਰ ਕੂੜ ਪੜ੍ਹਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ। ਕਹਿੰਦੇ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉੱਚੀ ਜਾਤ ਦੀ ਪੁੱਛ ਗਿੱਛ ਨਹੀਂ ਹੁੰਦੀ ਵੀ ਮੇਰੀ ਤੇਰੀ ਉੱਚੀ ਜਾਤ ਹੈ ਤਾਂ ਤੂੰ ਇੱਧਰ ਸੋਫਾ ਲੱਗਿਆ ਤੇਰੇ ਵਾਸਤੇ ਅਤੇ ਦੂਜਿਆਂ ਵਾਸਤੇ ਬਾਹਰ ਥੱਲੇ ਵਿਛਾਈ ਵੀ ਇਹ ਪੱਟੀ। ਕਹਿੰਦੇ ਉੱਥੇ ਕੋਈ ਪੁੱਛ ਗਿੱਛ ਨਹੀਂ ਵੀ ਤੂੰ ਕਿਹੜੀ ਜਾਤ ਤੋਂ ਆ। ਬੰਦਾ ਬਣਾਇਆ ਉਸ ਰੱਬ ਨੇ, ਨਾ ਕੋਈ ਉੱਚਾ ਨੀਵਾਂ ਬਣਾਇਆ। ਹਰੇਕ ਦੇ ਵਿੱਚ 5 ਤੱਤ ਹੀ ਹੈ, ਨਾ ਕਿਸੇ ਦੇ ਵਿੱਚ 4.25 ਹੈ, ਨਾ ਕਿਸੇ ਦੇ ਵਿੱਚ 5.25 ਹੈ। ਇਸ ਕਰਕੇ ਹਰੇਕ ਦੀ ਨਾੜਾਂ ਦੇ ਵਿੱਚ ਖੂਨ ਹੈ, ਦੁੱਧ ਕਿਸੇ ਦੇ ਵੀ ਨਹੀਂ ਹੈ। ਜੇ ਕੋਈ ਕਵੇ ਵੀ ਮੈਂ ਉੱਚੀ ਜਾਤ ਵਾਲਾ ਤਾਂ ਕਹਿੰਦੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉੱਚੀ ਜਾਤ ਦੀ ਪੁੱਛ ਗਿੱਛ ਨਹੀਂ ਹੁੰਦੀ। ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ। ਕਹਿੰਦੇ ਉੱਥੇ ਤਾਂ ਸਿਫਤ ਸਲਾਹ ਦੀ ਬਾਣੀ ਦਾ ਅਭਿਆਸ ਹੀ ਸ੍ਰੇਸ਼ਟ ਕਰਨੀ ਮਿਥੀ ਜਾਂਦੀ ਹੈ ਵੀ ਤੂੰ ਇੱਥੇ ਸੰਸਾਰ 'ਤੇ ਆ ਕੇ ਨਾਮ ਬਾਣੀ ਦੇ ਨਾਲ ਕਿੰਨਾ ਕੁ ਜੁੜਿਆ, ਉੱਥੇ ਉਸ ਗੱਲ ਦੀ ਪੁੱਛ ਗਿੱਛ ਹੋਣੀ ਹੈ, ਨਾ ਕੋਈ ਜਾਤ ਪਾਤ ਦੀ ਹੋਣੀ ਹੈ। ਵੀ ਕਿੰਨਾ ਕੁ ਤੂੰ ਭਲਾਈ ਦੇ ਕੰਮ ਕੀਤੇ ਆ ਕੇ, ਕਿੰਨਾ ਕੁ ਲੋਕਾਂ ਦੇ ਕੰਮ ਸਵਾਰੇ, ਕਿੰਨੇ ਕੁ ਚੰਗੇ ਕੰਮ ਕੀਤੇ, ਕਿੰਨਾ ਕੁ ਨਾਮ ਸਿਮਰਿਆ, ਕਿੰਨੀ ਕੁ ਬਾਣੀ ਸ਼ਬਦ ਦੇ ਨਾਲ ਜੁੜਿਆ, ਉਹਦੇ 'ਤੇ ਅਮਲ ਕਿੰਨਾ ਕੁ ਕੀਤਾ ਹੈ। ਉਸ ਚੀਜ਼ ਦਾ ਕਹਿੰਦੇ ਉੱਥੇ ਉਹਨੂੰ ਸ੍ਰੇਸ਼ਟ ਮੰਨੀ ਜਾਣੀ ਹੈ। ਉਹ ਸਭ ਤੋਂ ਉੱਚੀ ਜਾਤ ਵਾਲਾ ਹੈ ਜਿਹੜਾ ਵੀ ਮੰਨ ਲਓ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ, ਕਹਿੰਦੇ ਸਿਫਤ ਸਲਾਹ ਤੋਂ ਬਿਨਾਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਪੜ੍ਹਨਾ ਅਤੇ ਕਮਾਉਣਾ ਵਿਅਰਥ ਹੈ। ਜੋ ਵੀ ਪੜ੍ਹਨਾ ਅਤੇ ਕਮਾਉਣਾ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਸਭ ਵਿਅਰਥ ਹੈ, ਪੜ੍ਹਨਾ ਹੋਰ। ਅਤੇ ਅਸੀਂ ਅੱਗੇ ਵੀ ਬੇਨਤੀ ਕਰਦੇ ਵੀ ਇਹਨੂੰ ਲਾਸਟ ਦਰਜਾ ਵੀ ਨਹੀਂ ਦਿੰਦੇ, ਬੱਚਿਆਂ ਨੂੰ ਲਾਸਟ ਦਰਜੇ 'ਤੇ ਵੀ ਨਹੀਂ ਬਾਣੀ ਦੇ ਨਾਲ ਜੋੜਦੇ। ਹਾਲਾਂਕਿ ਬਣਦਾ ਤਾਂ ਪਹਿਲਾ ਹੱਕ ਸੀ, ਅਤੇ ਲਾਸਟ 'ਤੇ ਵੀ ਨਹੀਂ ਰੱਖਿਆ, ਆਪਦਾ ਹਿੱਸਾ ਹੀ ਨਹੀਂ ਬਣਾਇਆ ਜ਼ਿੰਦਗੀ ਦਾ, ਨਾ ਆਪ ਬਣਾਇਆ ਨਾ ਗਾ ਬੱਚਿਆਂ ਨੂੰ ਬਣਾਉਣ ਦਿੰਦੇ। ਇਸ ਕਰਕੇ ਸਮਝ ਲਓ ਜੜ੍ਹਾਂ 'ਚ ਦਾਤੀ ਫੇਰ ਰਹੇ ਹੈ। ਜੇ ਮੰਨ ਲਓ ਨਹੀਂ ਇਸ ਪਾਸੇ ਜੋੜ ਰਹੇ ਤਾਂ
आप दाती फेरने जड़ां च आउण वालियां पीढ़ियां दी। कहंदे सब कुछ व्यर्थ है, होर कूड़ पढ़ना, कूड़ कमावना, विख्या नाल प्यार। कहंदे माया नाल ही प्यार वधाउंदा, होर तां सब कुछ है। अंदर सुख ना होवै मनमुख जन्म खुआर। कहंदे फिर उस पढ़ाई ते कमाई दे नाल मन दे विच सुख नहीं हुंदा। ज़्यादा कोई जिहड़ा पढ़िया लिखिया है पुछ के वेख लो, तजर्बा कर ले जी उन्हें पंक्तियां का भी की सुखी है। कहंदे उस पढ़ाई ते कमाई नाल बंदा सुखी नहीं हुंदा। अपने मन के पिछे तुरन वाले मनुख की जिंदगी कहंदे औतर जाती है। जिवें कहंदे ना औतरा गया, औतरन तो समझते हैं। इत्थे सतगुरु पातशाह ही कहंदे आपदे जिहड़े मन के पिछे तुरदे है वो तो जिहड़े उन्होंने औतरे वो नहीं है। क्योंकि जे असीं उन्होंने जिहदे मन नूं लाद नहीं हुंदी जां कोई इस तरह हुंदा है, असीं उहनूं औतरा कह दिंदे हैं। ਉਹਦੇ ਵਸ ਦੀ ਗੱਲ नहीं, वो समझ लो परमात्मा परमेश्वर ਦੀ ਅਸੀਂ ਉਹਨੂੰ ਕਹਿ ਰਹੇ ਹਾਂ। ਕਿਉਂਕਿ ਉਹਦੇ ਕਰਮਾਂ ਦੀ ਸਜ਼ਾ परमात्मा ने ਉਹਨੂੰ ਦਿੱਤੀ ਹੁੰਦੀ ਹੈ ਤੇ ਅਸੀਂ ਕਹਿੰਦੇ ਵੀ ਉਹ ਆਏ ਆ ਤੇ ਫਲਾਨਾ ਆਏ ਆ। ਉਹਨੂੰ ਔਤਰਾ ਕਹਿਣਾ ਸਮਝ ਲਓ परमात्मा ਨੂੰ ਕਹਿਣਾ, परमेश्वर ਨੂੰ। क्योंकि ਉਹਨੇ ਆਪ ਥੋੜ੍ਹੋ ਕੋਈ ਵੀ ਆਪਦੇ ਲੇਖ ਉਹਨੇ ਆਪ ਲਿਖੇ ਸੀ ਉਸ ਤਰ੍ਹਾਂ। ਕਿਹਦਾ ਜੀ ਕਰਦਾ ਵੀ ਮੈਨੂੰ ਕੋਈ ਐਂ ਕਵੇ, क्योंकि वो परमात्मा ने वो लेख उवें लिखे थे। तो सतगुरु पातशाह हुण किहड़ा औतरा है, सतगुरु की निगाह दे विच औतरा किहड़ा है? कहंदे औतरा वो है जिहड़ा मन के पिछे तुरदा, औतरी जांदी है कहंदे उहदी जिंदगी। नानक नाम रते से उभरे गुर कै हेत अपार। कहंदे हे नानक जो मनुख गुरु के चरनां विच बहुत प्रेम करके प्रभु के नाम विच रंगे जाते हैं, कहते वो विख्या के असर तो बच जाते, वो माया के असर तो बच जाते हैं। पौड़ी आपे कर कर वेखदा आपे सब सच्चा, जो हुक्म ना बूझै खसम का सोई नर कच्चा। कहते प्रभु आप ही जीवां नूं पैदा करके आप ही संभाल करता है। आपे कर कर वेखदा, वेखदा मतलब कर करदा मतलब पैदा करके, पैदा करके आप ही वेख रहा इन्हों संभाल करदा है। आपे सब सच्चा, क्योंकि वो सदा थिर रहन वाला प्रभु हर थां आप ही मौजूद है। सच्चा का मतलब हर थां ते मौजूद है। पर कहते जो हुक्म ना बूझे खसम का, कहते जो मनुख प्रभु की इस हर थां मौजूद होने की रजा नूं नहीं समझते, ये नहीं समझते भी परमात्मा हर थां मौजूद है, उसकी रजा नूं इस तरह नहीं समझते, कहते सोई नर कच्चा। कहते वो मनुख कच्चा, वो डोलता रहिंदा है। कच्चे का मतलब वो डोलता रहिंदा है, जिन्हें हर थां अकाल पुरख परमेश्वर नूं उहदी मौजूदगी नहीं समझदा, इन्हें डोलता रहिंदा है। जिन्हों विश्वास हुंदा, भरोसा हुंदा भी वो अकाल पुरख परमेश्वर है मेरे नाल है, तो वो कदे भी नहीं डोलदा। जिहड़ा ये समझदा भी मेरे उत्ते उहदा हथ है, तो फिर कदे पिछे नहीं हटदा। पिछे ही हटदा जिन्हों भरोसा ना होवे, विश्वास ना होवे। जित भावें तित लाए दा गुरमुख हर सच्चा, सबना का साहिब एक है गुर शब्दी रचा। तो सतगुरु पातशाह समझाउण जिस पासे कहंदे प्रभु की रजा होवे उस पासे हरेक जीव नूं लाउंदा है, उहदी रजा हुंदी उस पासे लाउंदा। वो जिसनूं गुरु दे सन्मुख करदा है वो प्रभु का ही रूप हो जाता है।
ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਉਂਝ ਤਾਂ ਕਹਿੰਦੇ ਸਭ ਜੀਵਾਂ ਦਾ ਮਾਲਕ ਇੱਕ ਪਰਮਾਤਮਾ ਹੀ ਹੈ। ਸਭਨਾ ਕਾ ਸਾਹਿਬ ਏਕ ਹੈ, ਗੁਰੂ ਸ਼ਬਦੀ ਰਚਾ। ਪਰ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਕਹਿੰਦੇ ਉਸ ਵਿੱਚ ਰਚਿਆ ਜਾ ਸਕਦਾ, ਉਹਦੇ ਵਿੱਚ ਸਮਾਇਆ ਜਾ ਸਕਦਾ। ਗੁਰੂ ਦੇ ਸ਼ਬਦ ਦੇ ਰਾਹੀਂ ਰਚਾ ਦਾ ਮਤਲਬ ਰਚ ਜਾਣਾ, ਵਿੱਚ ਇੱਕਮਿਕ ਹੋ ਜਾਣਾ, ਮਿਲ ਜਾਣਾ। ਗੁਰਮੁਖ ਸਦ ਸਲਾਹੀਐ ਸਭ ਤਿਸ ਦੇ ਜੱਚਾ। ਜੱਚਾ ਮਤਲਬ ਚੋਜ ਤਮਾਸ਼ੇ। ਜਿਉ ਨਾਨਕ ਆਪ ਨਚਾਏਂਦਾ ਤਿਵੇਂ ਹੀ ਕੋ ਨੱਚਾ। ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਸੋ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਦੇ ਵਿੱਚ ਜੁੜਿਆ ਜਾ ਸਕਦਾ, ਰਚਿਆ ਜਾ ਸਕਦਾ ਹੈ। ਸੋ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗੁਰਮੁਖ ਸਦ ਸਲਾਹੀ ਹੈ, ਕਹਿੰਦੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਭ ਤਿਸ ਕੀ ਜੱਚਾ। ਕਹਿੰਦੇ ਜਗਤ ਦੇ ਇਹ ਸਾਰੇ ਕੌਤਕ, ਇਹ ਤਮਾਸ਼ੇ ਉਸ ਮਾਲਕ ਦੇ ਹੀ ਹਨ। ਹੇ ਨਾਨਕ ਕਹਿੰਦੇ ਜਿਉ ਨਾਨਕ ਆਪ ਨਚਾਏਂਦਾ ਤਿਵੇਂ ਹੀ ਕੋ ਨੱਚਾ ਸੁਧ। ਹੇ ਨਾਨਕ ਜਿਵੇਂ ਕਹਿੰਦੇ ਉਹ ਆਪ ਜੀਵ ਨੂੰ ਨਚਾਉਂਦਾ ਤਿਵੇਂ ਜੀਵ ਨੱਚਦਾ। ਅਸੀਂ ਉਹਦੀਆਂ ਕਠਪੁਤਲੀਆਂ, ਬਸ ਜਿਵੇਂ ਉਹ ਤੁਰਦਾ ਉਵੇਂ ਬੰਦਾ ਤੁਰਦਾ। ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਉਨਤਾਈਆਂ ਹੋ ਗਈਆਂ ਹੋਣੀਆਂ। ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।